ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ USA ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ 4-5 ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾ ਮੁੱਦਾ LGBTQ ਬਾਰੇ ਅਮਰੀਕਾ ਦੀਆਂ ਕੁਝ ਸਟੇਟਾਂ ਦੇ ਨਾਲ ਸੰਬੰਧਿਤ ਹੈ, ਇਹ ਸਾਂਝਾ ਕਰਨਾ। ਦੂਜਾ ਰੌਨ ਡਿਸੈਂਟਿਸ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਿਆ। ਤੀਜਾ ਚੀਨ ਦੇ ਹੈਕਰ ਇਸ ਵੇਲੇ ਅਮਰੀਕਾ ਦੇ ਉੱਤੇ ਹਮਲਾ ਕਰ ਰਿਹਾ। ਤੇ ਚੌਥੀ ਗੱਲਬਾਤ ਅਮਰੀਕਾ ਦੇ ਵਿੱਚ ਬੱਚਿਆਂ ਤੋਂ ਕੰਮ ਕਰਾਉਣ ਦੇ ਮਾਮਲੇ ਦੇ ਸੰਬੰਧੀ ਕੁਝ ਚਰਚਾ ਕੀਤੀ ਜਾ ਰਹੀ ਹੈ। ਆਖਰੀ ਗੱਲਬਾਤ ਜੇ ਆਪਣੀ ਕੋਈ ਸਮਾਂ ਹੋਇਆ ਤਾਂ ਆਪਾਂ ਵਾਸ਼ਿੰਗਟਨ ਦੇ ਵਿੱਚ ਇੱਥੇ ਸਾਡੇ ਨੇੜੇ ਇਹਦੀਆਂ ਉੱਥੇ ਕੁਛ ਵਾਰਦਾਤਾਂ ਵਾਪਰੀਆਂ, ਉਹਦੀ ਗੱਲਬਾਤ ਤੁਹਾਡੇ ਨਾਲ ਕਰਾਂਗੇ। ਸਭ ਤੋਂ ਪਹਿਲਾਂ LGBTQ2 ਦਾ ਜਿਹੜਾ ਮਾਮਲਾ ਆ, LGBTQ2 ਕਮਿਊਨਿਟੀ ਇੱਕ ਸਲਾਹ ਦੇ ਰਹੀ ਆ ਲੋਕਾਂ ਨੂੰ ਕਿ ਤੁਸੀਂ ਜੇਕਰ ਅਮਰੀਕਾ ਦੀਆਂ ਕੁਛ ਸਟੇਟਾਂ ਦੇ ਵਿੱਚ ਟਰੈਵਲ ਕਰ ਰਹੇ ਹੋ ਤਾਂ ਥੋੜ੍ਹਾ ਜਿਹਾ ਖਿਆਲ ਦੇ ਨਾਲ ਜਾਂ ਉੱਥੇ ਰਹਿਣਾ ਆ ਤਾਂ ਖਿਆਲ ਦੇ ਨਾਲ ਰਿਹਾ ਜਾਵੇ, ਕਿਉਂਕਿ LGBTQ ਦੇ ਨਾਲ ਸੰਬੰਧਿਤ ਕੁਛ ਬਿਲਜ਼ ਉੱਥੇ ਪਾਸ ਕੀਤੇ ਜਾ ਰਹੇ ਨੇ। ਪਿਛਲੇ ਹਫ਼ਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਇੱਕ ਨਹੀਂ ਕਈ ਬਿੱਲ ਸਾਈਨ ਕੀਤੇ ਆ, ਜਿਹੜੇ ਕਿ ਹੁਣ ਬਿੱਲ ਸਾਈਨ ਕਰ ਦਿੱਤੇ ਤੇ ਉਹ ਕਾਨੂੰਨ ਬਣ ਗਿਆ ਆ, ਜਿਹਦੇ ਨਾਲ ਜੈਂਡਰ ਅਫਰਮਿੰਗ ਕੇਅਰ ਮਾਈਨਰਸ ਦੇ ਲਈ ਬੈਨ ਹੋ ਜੂਗੀ। ਇਹਦਾ ਮਤਲਬ ਕੀ ਆ ਕਿ ਜਿਹੜੇ ਜੈਂਡਰ ਅਫਰਮਿੰਗ ਕੇਅਰ ਆ ਕਿ ਕੋਈ ਬੰਦਾ ਆਪਣਾ ਜਿਹੜਾ ਜੈਂਡਰ ਚੇਂਜ ਕਰ ਲੈਂਦਾ, ਉਹਨੂੰ ਕਿਸ ਕਿਸਮ ਦੀ ਸਪੋਰਟ ਦੇਣੀ ਆ ਉਹ ਬੰਦ ਕਰ ਦਿੱਤੀ ਜਾਊਗੀ। ਇੱਥੇ ਤੱਕ ਕਿ ਜਿਹੜਾ ਦੂਜਾ ਸਕੂਲਾਂ ਦੇ ਵਿੱਚ ਉਹਨਾਂ ਨੂੰ ਉਹ ਬਾਥਰੂਮ ਯੂਜ਼ ਕਰਨ ਦੇ ਲਈ ਕਿਹਾ ਜਾ ਰਿਹਾ ਜਿਹੜੇ ਕਿ ਉਹਨਾਂ ਦੇ ਬਰਥ ਵੇਲੇ ਜਿਸ ਜੈਂਡਰ ਦੇ ਨਾਲ ਸੰਬੰਧਿਤ ਸੀਗੇ। ਹੁਣ ਮਾਮਲਾ ਕੀ ਹੈ, ਇਹ ਤੋਂ ਪਹਿਲਾਂ ਕਿ ਆਪਾਂ ਇਹ ਗੱਲਬਾਤ ਦੱਸੀਏ ਕਿ ਕੈਨੇਡਾ ਦੀ ਜਿਹੜੀ LGBTQ ਆ ਜਾਂ LGBTQ ਕਮਿਊਨਿਟੀ ਆ, ਉਹ ਕਿਉਂ ਕਹਿ ਰਹੀ ਹੈ ਕਿ ਅਮਰੀਕਾ ਦੀਆਂ ਇਹਨਾਂ ਸਟੇਟਾਂ ਦੇ ਵਿੱਚ ਧਿਆਨ ਦੇ ਨਾਲ ਜਾਇਆ ਜਾਵੇ। ਇਹ LGBTQ ਮਾਮਲਾ ਹੈ ਕੀ? LGBTQ ਇੱਕ ਟਰਮ ਆ, ਪੂਰੀ ਇੱਕ ਇਨਕਲੂਸਿਵ ਟਰਮ ਆ, ਜਿਹਦੇ ਵਿੱਚ ਕਈ ਕਿਸਮ ਦੇ ਲੋਕ ਆਉਂਦੇ ਆ। ਇਹਦੇ ਵਿੱਚ ਗੇ, ਬਾਈਸੈਕਸੁਅਲ, ਟਰਾਂਸਜੈਂਡਰ ਤੇ ਕੁਈਰ ਤੇ ਲੈਸਬੀਅਨ, ਇਹ ਸਾਰੇ ਇਸ ਗਰੁੱਪ ਦੇ ਵਿੱਚ ਮਤਲਬ ਇਸ ਅੰਬਰੇਲਾ ਦੇ ਥੱਲੇ ਨਾਲ ਸਾਰਿਆਂ ਨੂੰ ਮੰਨ ਲਿਆ ਜਾਂਦਾ ਆ ਕਿ ਆਹ ਹੈਗਾ। ਜਿਹੜਾ ਲੈਸਬੀਅਨ ਕੌਣ ਆ, ਲੈਸਬੀਅਨ ਕਿਹਨੂੰ ਕਿਹਾ ਜਾਂਦਾ? ਦੇਖੋ ਇੱਥੇ ਇਹ ਸਮਝਣਾ ਜ਼ਰੂਰੀ ਆ, ਜਿੱਦਾਂ ਜਿੱਦਾਂ ਸਮਾਜ ਦੇ ਵਿੱਚ ਤਰੱਕੀ ਹੋਈ ਆ, ਸਮਾਜ ਅੱਗੇ ਨੂੰ ਗਿਆ ਆ, ਉੱਦਾਂ ਉੱਦਾਂ ਦੇ ਵਿੱਚ ਤਬਦੀਲੀਆਂ ਵਾਪਰੀਆਂ। ਕੁਦਰਤੀ ਇੱਕ ਸੁਭਾਵਕ ਰਿਸ਼ਤਾ ਮਨੁੱਖ ਦਾ ਆਮ ਤੌਰ ਦੇ ਉੱਤੇ ਇਹ ਹੁੰਦਾ ਕਿ ਇੱਕ ਮਰਦ ਆ, ਇੱਕ ਔਰਤ ਆ, ਅਤੇ ਉਹਨਾਂ ਦਾ ਵਿਆਹ ਹੋ ਜਾਂਦਾ, ਅਗਾਂਹ ਬੱਚੇ ਹੁੰਦੇ ਆ, ਅਤੇ ਪੀੜ੍ਹੀ ਦਰ ਪੀੜ੍ਹੀ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿੰਦਾ, ਮੇਲ ਫੀਮੇਲ ਅਤੇ ਗੱਲ ਖਤਮ। ਹੁਣ ਇਹਦੇ ਵਿੱਚ ਇਹ ਆ ਕਿ ਕੁਛ ਜਿਹੜੇ ਇਹਦੇ ਵਿੱਚ ਲੈਸਬੀਅਨ ਜਿਹੜਾ ਸਭ ਤੋਂ ਪਹਿਲਾਂ ਆ, ਲੈਸਬੀਅਨ ਉਹਨੂੰ ਕਹਿੰਦੇ ਆ ਜਦੋਂ ਇੱਕ ਔਰਤ ਇਮੋਸ਼ਨਲੀ ਜਾਂ ਇਹ ਕਹਿ ਲਓ ਕਿ ਸੈਕਸ਼ੂਅਲੀ ਕਿਸੇ ਹੋਰ ਔਰਤ ਵੱਲ ਅਟਰੈਕਟ ਹੁੰਦੀ ਆ। ਦੋ ਔਰਤਾਂ ਇਕੱਠੀਆਂ ਹੋ ਕੇ ਰਹਿੰਦੀਆਂ ਜਾਂ ਉਹਨਾਂ ਦੀ ਆਪਸ ਦੇ ਵਿੱਚ ਉਸ ਕਿਸਮ ਦਾ ਰਿਲੇਸ਼ਨਸ਼ਿਪ ਆ ਜਿਹੜਾ ਔਰਤ ਮਰਦ ਦੇ ਵਿੱਚ ਹੁੰਦਾ, ਉਹਨਾਂ ਨੂੰ ਲੈਸਬੀਅਨਸ ਕਿਹਾ ਜਾਂਦਾ। ਦੂਜੇ ਨੰਬਰ 'ਤੇ ਇਹ LG ਤੋਂ ਬਾਅਦ ਗੇ ਆ। ਗੇ ਕਿਹਾ ਜਾਂਦਾ ਜਦੋਂ ਦੋ ਜਿਹੜੇ ਮਰਦ ਨੇ ਆਪਸ ਦੇ ਵਿੱਚ ਇੱਦਾਂ ਦਾ ਰਿਸ਼ਤਾ ਰੱਖਦੇ ਆ ਕਿ ਇੱਕ ਮਰਦ ਦੂਜੇ ਮਰਦ ਵੱਲ ਖਿੱਚਿਆ ਜਾਵੇ, ਜਦੋਂ ਕਿ ਹੋਣਾ ਔਰਤ ਮਰਦ ਚਾਹੀਦਾ ਹੁੰਦਾ ਆਮ ਤੌਰ ਤੋਂ ਉੱਤੇ। ਤੀਜੇ ਨੰਬਰ 'ਤੇ ਉੱਤੇ ਬਾਈਸੈਕਸੁਅਲ ਆਉਂਦੇ ਆ। ਇਹਦੇ ਵਿੱਚ ਬਾਈਸੈਕਸੁਅਲ ਦੋਵੇਂ ਜੈਂਡਰਸ ਨੂੰ ਅਟਰੈਕਟ ਕਰਦੇ ਆ। ਉਹਨਾਂ ਦੇ ਜਿਹੜੇ ਇਮੋਸ਼ਨਲ ਜਾਂ ਜਿਹੜੇ ਰੋਮਾਂਟਿਕ ਜਾਂ ਉਸ ਕਿਸਮ ਦੇ ਸੈਕਸੁਅਲ ਅਟਰੈਕਸ਼ਨਸ ਆ, ਉਹ ਮਰਦਾਂ ਲਈ ਵੀ ਹੁੰਦੇ ਆ ਅਤੇ ਔਰਤਾਂ ਲਈ ਵੀ ਹੁੰਦੇ। ਉਹਨਾਂ ਨੂੰ ਜਿਹੜਾ ਇਹ ਬਾਈਸੈਕਸੁਅਲ ਕਿਹਾ ਜਾਂਦਾ। ਫਿਰ ਟਰਾਂਸਜੈਂਡਰਸ ਨੇ। ਟਰਾਂਸਜੈਂਡਰ ਇੱਕ ਹੋਰ ਟਰਮ ਆ ਜਿਹੜੀ ਉਹਨਾਂ ਦੇ ਲਈ ਵਰਤੀ ਜਾਂਦੀ ਆ ਜਿਨ੍ਹਾਂ ਦਾ ਬਰਥ ਵੇਲੇ ਜੈਂਡਰ ਹੋਰ ਹੁੰਦਾ। ਮੰਨ ਲਓ ਜਦੋਂ ਉਹਨਾਂ ਦਾ ਜਨਮ ਹੋਇਆ ਉਹ ਕੁੜੀ ਸੀ ਜਾਂ ਮੁੰਡਾ ਸੀ, ਉਹ ਬਾਅਦ ਦੇ ਵਿੱਚ ਜਿੱਦਾਂ ਜਿੱਦਾਂ ਉਹ ਵੱਡੇ ਹੋਈ ਗਏ ਉਹਨਾਂ ਨੂੰ ਲੱਗਿਆ ਵੀ ਅਸੀਂ ਇਹ ਨਹੀਂ, ਅਸੀਂ ਦੂਜੇ ਆ। ਮਤਲਬ ਹੈ ਉਹ ਮੁੰਡਾ ਆ ਪਰ ਉਹਨੂੰ ਇੱਦਾਂ ਲੱਗਦਾ ਕਿ ਮੈਂ ਕੁੜੀ ਬਣਨਾ ਚਾਹੀਦਾ ਸੀ ਮੈਨੂੰ, ਜਾਂ ਉਹਨਾਂ ਦੀਆਂ ਜਿਹੜੀਆਂ ਫੀਲਿੰਗਸ ਨੇ, ਉਹਦਾ ਬੋਡੀ ਆ, ਉਹਦਾ ਬਿਹੇਵੀਅਰ ਆ, ਉਹ ਸਾਰਾ ਕੁਛ ਕੁੜੀਆਂ ਵਰਗਾ ਹੈ। ਅਤੇ ਬਾਅਦ ਦੇ ਵਿੱਚ ਜਾ ਕੇ ਇਹ ਉਹਨੂੰ ਆਪਣਾ ਚੇਂਜ ਕਰਾ ਲੈਂਦੇ ਆ। ਮੁੰਡਾ ਜਿਹੜਾ ਆ ਉਹ ਕੁੜੀ ਬਣ ਜਾਂਦਾ ਆ, ਫਿਜ਼ੀਕਲੀ ਵੀ ਉਹਦਾ, ਇਮੋਸ਼ਨਲੀ ਵੀ ਉਹਦਾ, ਬਿਹੇਵੀਅਰ ਵੀ, ਅਤੇ ਸਾਰਾ ਕੁਛ ਉਸੇ ਤਰੀਕੇ ਦੇ ਨਾਲ ਸਰਜਰੀਜ਼ ਕਰਾ ਕੇ, ਆਪਰੇਸ਼ਨ ਕਰਵਾ ਕੇ ਤਾਂ ਇਹ ਮੁੰਡੇ ਤੋਂ ਕੁੜੀ ਬਣ ਜਾਂਦੇ ਆ। ਇਹ ਜਿਹੜੇ ਹੈਗੇ ਆ ਟਰਾਂਸਜੈਂਡਰਸ, ਇਹਨਾਂ ਨੂੰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ Q ਉਹਦੇ ਆਖਰ ਦੇ ਵਿੱਚ ਆਉਂਦਾ, ਉਹ ਕੁਈਰ ਉਹਦੇ ਲਈ ਟਰਮ ਵਰਤਦੇ ਆ। ਇੱਕ ਬਰੋਡਰ ਟਰਮ ਆ ਜਿਹੜੀ ਇਹਨਾਂ ਸਾਰੀਆਂ ਦੇ ਬਾਹਰ ਜਾ ਕੇ ਉਹਨਾਂ ਦੀ ਆਈਡੈਂਟੀਟੀ ਹੁੰਦੀ ਆ ਅਤੇ ਉਹਨਾਂ ਨੋਰਮਸ ਦੇ ਬਾਹਰ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ। ਜਿਹੜੇ ਇਹਨਾਂ ਟਰੈਡੀਸ਼ਨਲ ਸੈਕਸੁਅਲ ਜਾਂ ਜਿਹੜੇ ਜੈਂਡਰ ਕੈਟਾਗਰੀਜ਼ ਦੇ ਵਿੱਚ ਫਿੱਟ ਨਹੀਂ ਬਹਿੰਦੇ, ਉਹਨਾਂ ਨੂੰ ਉਸ ਪਾਸੇ ਲੈ ਜਾਇਆ ਜਾਂਦਾ। ਹੁਣ ਇਹ ਮਾਮਲਾ ਬਹੁਤ ਟੇਢਾ। ਅਮਰੀਕਾ ਦੇ ਵਿੱਚ ਜਦੋਂ 2024 ਦੇ ਵਿੱਚ ਚੋਣਾਂ ਹੋਣੀਆਂ ਜਾਂ ਪਹਿਲੀਆਂ ਚੋਣਾਂ ਵੀ ਹੋਈਆਂ ਸੀ, ਉਹਦੇ ਵਿੱਚ ਇਹ LGBTQ ਦਾ ਮਾਮਲਾ ਬਹੁਤ ਵੱਡੇ ਪੱਧਰ ਦੇ ਉੱਤੇ ਚੱਕਿਆ ਜਾਣਾ। ਕੁਛ ਲੋਕ ਉਹ ਨੇ ਜਿਹੜੇ ਇਹ ਕਹਿੰਦੇ ਆ ਵੀ ਸੁਭਾਵਕ ਮਨੁੱਖ ਦਾ ਰਿਸ਼ਤਾ ਔਰਤ ਮਰਦ ਦਾ ਆ, ਇਹਨਾਂ ਨੂੰ ਇੱਦਾਂ ਨਹੀਂ ਵੰਡ ਕੇ ਦੇਖਿਆ ਜਾਣਾ ਚਾਹੀਦਾ ਵੀ ਔਰਤ ਔਰਤ ਦੇ ਨਾਲ ਰਵੇ, ਮਰਦ ਮਰਦ ਦੇ ਨਾਲ ਰਵੇ। ਇੱਕ
ਜਾਂ ਔਰਤ ਜਿਹੜਾ ਉਹ ਮਰਦ ਬਣ ਜਾਵੇ, ਮਰਦ ਔਰਤ ਬਣ ਜਾਵੇ, ਵੀ ਇਹ ਗਲਤ ਆ, ਗੈਰ ਕੁਦਰਤੀ ਚੀਜ਼ ਆ, ਇੱਦਾਂ ਨਹੀਂ ਹੋਣਾ ਚਾਹੀਦਾ। ਪਰ ਇੱਕ ਵੱਡੀ ਧਿਰ ਜਿਹੜੀ ਆ ਉਹ ਇਹਦੇ ਸਪੋਰਟ ਦੇ ਵਿੱਚ ਆ। ਉਹ ਕਹਿੰਦੇ ਜਿਹੜਾ ਵੀ ਹਿਊਮਨ ਬੀਇੰਗ ਆ ਉਹਦੇ ਆਪਣੇ ਰਾਈਟਸ ਨੇ, ਜਿਹੜਾ ਵੀ ਪਰਮਾਤਮਾ ਦਾ ਜੀ ਇੱਥੇ ਆ ਗਿਆ ਦੁਨੀਆ ਦੇ ਉੱਤੇ, ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਤੁਸੀਂ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਕਰੋ ਜਾਂ ਉਹਦਾ ਮਜ਼ਾਕ ਉਡਾਓ ਜਾਂ ਉਹਨੂੰ ਕੁਛ ਇਸ ਤਰੀਕੇ ਦੇ ਨਾਲ ਕਰੋ। ਉਹਦੇ ਆਪਣੇ ਅਧਿਕਾਰ ਨੇ। ਅਤੇ ਬਹੁਤ ਵੱਡੀਆਂ ਵੱਡੀਆਂ ਪਰੇਡਸ ਹੁੰਦੀਆਂ ਨੇ, ਆਪਾਂ ਸਾਰੇ ਜਾਣਦੇ ਹਾਂ। ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਲੈ ਕੇ ਕਿੰਨੇ ਵੱਡੇ ਵੱਡੇ ਆਗੂ ਨੇ ਜਿਹੜੇ ਇਹਨਾਂ ਦੇ ਵਿੱਚ ਸ਼ਾਮਲ ਹੁੰਦੇ ਆ ਕਿ ਹਰ ਇੱਕ ਵਿਅਕਤੀ ਨੂੰ ਜੀਣ ਦਾ, ਉਹਦੇ ਆਪਣੇ ਐਕਸਪ੍ਰੈਸ਼ਨ ਦਾ ਅਧਿਕਾਰ ਆ। ਇਹ ਲੋਕ ਕਈ ਵਾਰੀ ਬਹੁਤ ਸਾਰੇ ਲੋਕਾਂ ਨੇ ਸਫ਼ਰ ਵੀ ਬਹੁਤ ਕੀਤਾ। ਮਤਲਬ ਕਿਸੇ ਜ਼ਮਾਨੇ ਦੇ ਵਿੱਚ ਇਹਨਾਂ ਨੂੰ ਕਹਿੰਦੇ ਸੀ ਵੀ ਇਹ ਗਲਤ ਆ, ਉਹਨਾਂ ਨੂੰ ਇੱਕ ਗਲਤ ਚੀਜ਼ ਦੇ ਨਾਲ ਕਿਹਾ ਜਾਂਦਾ ਸੀ ਵੀ ਇਹ ਮਾੜੀ ਗੱਲ ਆ, ਗੰਦੀ ਗੱਲ ਆ ਇਹ, ਇਸ ਤਰੀਕੇ ਦੇ ਨਾਲ। ਫਿਰ ਇਹਨਾਂ ਦਾ ਜਿਹੜੀ ਇਹਨਾਂ ਨੂੰ ਕਈ ਵਾਰੀ ਉਹਨਾਂ ਦੀਆਂ ਫੀਲਿੰਗਸ ਉਹ ਹੁੰਦੀਆਂ, ਘਰ ਦੇ ਜ਼ਬਰਦਸਤੀ ਉਹਨਾਂ ਨੂੰ ਦੂਜੇ ਪਾਸੇ ਰੱਖਦੇ। ਹੁਣ ਉਹ ਮੁੰਡਾ ਪੈਦਾ ਹੋਇਆ ਅਤੇ ਉਹ ਪਰ ਉਹਦੇ ਅੰਦਰ ਜਿਹੜੀਆਂ ਭਾਵਨਾਵਾਂ ਨੇ ਉਹ ਕੁੜੀਆਂ ਵਾਲੀਆਂ ਆ। ਉਹ ਕੀ ਕਰੇ? ਉਹ ਫਿਰ ਸਫ਼ਰ ਕਰਦਾ। ਮੁੰਡਾ, ਉਹਨੂੰ ਸਮਾਜ ਕਹਿ ਰਿਹਾ ਤੂੰ ਮੁੰਡਾ ਹੈ, ਉਹ ਮੁੰਡਾ ਹੈ, ਪਰ ਉਹਦੇ ਅੰਦਰ ਜਿਹੜੀਆਂ ਭਾਵਨਾਵਾਂ ਨੇ ਜਾਂ ਉਹਦਾ ਵਿਹਾਰ ਆ ਉਹ ਕੁੜੀਆਂ ਵਾਲਾ ਆ। ਹੁਣ ਉਹ ਕੀ ਕਰਦੇ ਆ ਕਿ ਉਹ ਇੱਕ ਸਟੇਜ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਕੁੜੀ ਬਣਾ ਲੈਂਦੇ ਆ। ਇੱਕ ਬਹੁਤ ਫੇਮਸ ਜਿਹੜੀ ਸਵਿਮਰ ਸੀਗੀ, ਉਹਦਾ ਰੌਲਾ ਪਿਆ ਸੀ, ਤੁਹਾਨੂੰ ਯਾਦ ਹੋਊਗਾ ਕਿ ਉਹ ਅਮਰੀਕਾ ਦੇ ਵਿੱਚ ਜਦੋਂ ਕੁੜੀ ਸੀਗੀ ਅਤੇ ਉਹ ਮੁੰਡਾ ਸੀਗਾ ਅਤੇ ਉਹਨੇ ਬਾਅਦ ਦੇ ਵਿੱਚ ਕੁੜੀ ਬਣ ਗਈ। ਹੁਣ ਉਹਨੇ ਪਾਰਟੀਸਪੇਟ ਕਿਹੜੇ ਗਰੁੱਪ 'ਚ ਕਰਨਾ? ਉਹ ਕੁੜੀਆਂ 'ਚ ਕੰਪੀਟੀਸ਼ਨ ਲੜੂਗੀ ਕਿ ਮੁੰਡਿਆਂ 'ਚ ਕੰਪੀਟੀਸ਼ਨ ਲੜੂਗੀ? ਕੰਪੀਟੀਸ਼ਨ ਉਹਨੇ ਫਿਰ ਕੁੜੀਆਂ 'ਚ ਹੀ ਲੜਨਾ ਸੀ ਕਿਉਂਕਿ ਕੁੜੀ ਬਣ ਗਈ। ਪਰ ਹੁਣ ਕਿਉਂਕਿ ਬੇਸਿਕਲੀ ਪਹਿਲਾਂ ਮੁੰਡਾ ਸੀ, ਉਹਦੇ ਵਿੱਚ ਜ਼ੋਰ ਜਾਂ ਉਹਦੀ ਬੋਡੀ ਦਾ ਸਟਰਕਚਰ ਸਾਰਾ ਬਾਕੀ ਕੁੜੀਆਂ ਨਾਲੋਂ ਜ਼ਿਆਦਾ ਸੀ ਅਤੇ ਉਹਨੇ ਕਿੰਨੇ ਰਿਕਾਰਡ ਤੋੜ ਦਿੱਤੇ ਸੀ ਸਵਿਮਿੰਗ ਦੇ ਵਿੱਚ। ਕੁੜੀਆਂ ਦੇ ਵਿੱਚ ਜਾ ਕੇ ਕਾਫੀ ਕੰਟਰੋਵਰਸੀ ਹੋਈ ਸੀ। ਇਸੇ ਤਰ੍ਹਾਂ ਹੀ ਅਮਰੀਕਾ ਦੇ ਸਕੂਲਾਂ ਦੇ ਵਿੱਚ ਬਹੁਤ ਵੱਡਾ ਮੁੱਦਾ ਆ ਕਿ ਉਹਨਾਂ ਨੇ ਵਾਸ਼ਰੂਮ ਕਿੱਥੇ ਜਾਣਾ, ਕੀ ਉਹ ਮੇਲ ਵਾਲੇ 'ਚ ਜਾਣਗੇ ਜਾਂ ਫੀਮੇਲ ਵਾਲੇ 'ਚ ਜਾਣਗੇ। ਜਿਹੜੇ ਇਹ ਕਹਿਣ ਦਾ ਮਤਲਬ ਉਹ ਹੈ ਤਾਂ ਇੱਕ ਮੇਲ ਜਾਂ ਫੀਮੇਲ, ਪਰ ਉਹ ਕਹਿੰਦੇ ਅਸੀਂ ਆਹ ਨਹੀਂ ਹੈ, ਸਾਨੂੰ ਆਹ ਸਮਝੋ। ਮੈਂ ਜਿਹੜਾ ਮੁੰਡਾ ਆ ਉਹ ਕਹਿੰਦਾ ਮੈਂ ਮੁੰਡਾ ਨਹੀਂ, ਮੈਂ ਤਾਂ ਕੁੜੀ ਹਾਂ, ਮੈਨੂੰ ਕੁੜੀ ਕਹੋ, ਹੁਣ ਮੈਨੂੰ ਕੁੜੀ ਸਮਝੋ। ਅਤੇ ਇੱਕ ਅਧਿਕਾਰ ਦੇ ਰਿਹਾ ਵੀ ਹਾਂਜੀ ਇਹ ਠੀਕ ਹੈ, ਇੱਦਾਂ ਹੀ ਕਰਨਾ ਚਾਹੀਦਾ, ਤੁਸੀਂ ਕੁੜੀਆਂ ਵਾਲੇ ਵਾਸ਼ਰੂਮ 'ਚ ਜਾਓ ਜਾਂ ਇੱਦਾਂ ਕਰੋ, ਜਾਂ ਤੁਹਾਡਾ ਜਿਹੜਾ ਹੈਗਾ ਆ ਉਹਨੂੰ ਦੂਜੇ ਤਰੀਕੇ ਦੇ ਨਾਲ ਕਿ ਜਿਹਨਾਂ ਨੇ ਟਰਾਂਸਜੈਂਡਰ ਆ, ਪਹਿਲਾਂ ਕੁਛ ਹੋਰ ਸੀਗੇ ਹੁਣ ਕੁਛ ਹੋਰ ਬਣ ਗਿਆ। ਇਹ ਜਿਹੜਾ ਇਹਨਾਂ ਨੇ ਪਿੱਛੇ ਜੇ ਲਾਅ ਬਣਾਇਆ ਸੀ ਇੱਥੇ, ਜਿਹਦਾ ਪਹਿਲਾਂ ਜ਼ਿਕਰ ਕੀਤਾ, ਜਿਸ ਕਰਕੇ ਇਹ ਕਿਹਾ ਜਾ ਰਿਹਾ, ਜਿਹੜੀ ਗੱਲਬਾਤ ਆਪਾਂ ਆਧਾਰ ਇੱਥੇ ਸਾਂਝਾ ਕਰ ਰਹੇ ਹਾਂ ਤੁਹਾਡੇ ਦੇ ਨਾਲ, ਜਿਹੜਾ ਫਲੋਰੀਡਾ ਦੇ ਵਿੱਚ ਗਵਰਨਰ ਰੌਨ ਡਿਸੈਂਟਿਸ ਨੇ ਬਿੱਲ ਸਾਈਨ ਕੀਤਾ, ਉਹ ਇਹੀ ਸੀ ਕਿ ਉਹਨਾਂ ਨੇ ਸਕੂਲਾਂ ਦੇ ਵਿੱਚ ਸਖਤ ਕਰ ਦਿੱਤਾ ਲੋਕਾਂ ਨੂੰ, ਮਤਲਬ ਇਹਨੂੰ ਇੱਕ ਨਿਯਮ ਬਣਾ ਦਿੱਤਾ ਕਿ ਤੁਸੀਂ ਉਹਨਾਂ ਜਿਹੜਾ ਤੁਹਾਡਾ ਜਦੋਂ ਜਨਮ ਹੋਇਆ ਸੀ ਜੋ ਕੁਝ ਤੁਸੀਂ ਉਹ ਸੀਗੇ ਉਸੇ ਬਾਥਰੂਮ ਦੇ ਵਿੱਚ ਜਾਓਗੇ। ਜੇ ਜਨਮ ਵੇਲੇ ਤੁਸੀਂ ਮੁੰਡੇ ਸੀ ਤਾਂ ਤੁਸੀਂ ਮੁੰਡਿਆਂ ਵਾਲਾ ਵਾਸ਼ਰੂਮ ਯੂਜ਼ ਕਰੋਗੇ, ਜੇ ਕੁੜੀ ਸੀ ਤਾਂ ਤੁਸੀਂ ਕੁੜੀਆਂ ਵਾਲਾ ਯੂਜ਼ ਕਰੋਗੇ। ਉਹਦੇ ਨਾਲ ਉਹਨਾਂ ਨੇ ਜੋੜ ਦਿੱਤਾ। ਹੁਣ ਇਹਦਾ ਮਤਲਬ ਇਹ ਆ ਕਿ ਇਹਨਾਂ ਅਮਰੀਕਾ ਦੇ ਵਿੱਚ ਕਿੰਨੀਆਂ ਸਟੇਟਾਂ ਨੇ ਜਿੱਥੇ ਨਿਯਮ ਸਖਤ ਨੇ, ਜਿਵੇਂ ਕੈਲੀਫੋਰਨੀਆ ਹੈ, ਉੱਥੇ ਕੋਈ ਬਹੁਤੀ ਗੱਲ ਨਹੀਂ ਇੱਦਾਂ ਦੀ, ਢਿੱਲ ਆ, ਕੁਛ ਨਹੀਂ ਉਹ ਕਹਿੰਦੇ। ਹੁਣ ਫਲੋਰੀਡਾ ਹੈ, ਉੱਥੇ ਸਖਤੀ ਆ ਬਈ ਨਹੀਂ ਤੁਸੀਂ ਇੱਦਾਂ ਨਹੀਂ ਕਰ ਸਕਦੇ। ਇਹ ਜਿਹੜੇ LGBTQ ਕਮਿਊਨਿਟੀ ਆ, ਜਿਹੜੇ ਇਸ ਗਰੁੱਪ ਦੇ ਲੋਕ ਨੇ, ਉਹ ਕਹਿੰਦੇ ਵੀ ਇਹਨਾਂ ਸਟੇਟਾਂ ਦੇ ਵਿੱਚ ਖਿਆਲ ਨਾਲ ਜਾਇਆ ਜਾਵੇ। ਅਮਰੀਕਾ ਸਿਵਲ ਲਿਬਰਟੀ ਯੂਨੀਅਨ, ਜਿਹਦੇ ਵਿੱਚ 490 ਬਿੱਲ ਹੈਗੇ ਆ, ਔਰ ਉਹ ਸਿੱਧੇ ਇਹਨਾਂ ਕਮਿਊਨਿਟੀ ਦੇ ਰਾਈਟਸ ਨੂੰ ਟਾਰਗੇਟਿੰਗ ਕਰ ਰਹੇ ਆ। ਅਤੇ ਹੁਣ ਇਹ ਹੌਲੀ ਹੌਲੀ ਇਹ ਪਾਸ ਵੀ ਹੋਣਗੇ। ਜਿੱਦਾਂ ਫਲੋਰੀਡਾ ਦੇ ਵਿੱਚ ਇਹ ਬਿੱਲ ਪਾਸ ਹੋਇਆ, ਇੱਦਾਂ ਦੇ ਹੋਰ ਕਈ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਸਟੇਟਾਂ ਦੇ ਵਿੱਚ ਵੀ ਹੋ ਰਹੇ ਆ। ਹੁਣ ਇਹ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਕਿ ਤੁਹਾਨੂੰ ਰਿਸਕ ਹੋ ਸਕਦਾ ਜੇ ਤੁਸੀਂ ਫਲਾਣੀ ਸਟੇਟ ਦੇ ਵਿੱਚ ਟਰੈਵਲ ਕਰਦੇ ਹੋ, ਅਤੇ ਜੇ ਤੁਹਾਡਾ ਸੰਬੰਧ LGBTQ ਕਮਿਊਨਿਟੀ ਦੇ ਵਿੱਚ ਕਿਸੇ ਦੇ ਨਾਲ ਵੀ ਹੈਗਾ ਹੈ। ਹੁਣ ਉਹਨਾਂ ਨੇ ਵਾਰਨ ਕੀਤਾ ਕਿ ਰਿਸਕ ਆ ਇਸ ਗੱਲ ਦਾ, ਤੁਸੀਂ ਤੁਹਾਡੀ ਜਿਹੜੀ ਆਜ਼ਾਦੀ ਆ ਇਹਦੇ ਉੱਤੇ ਹਮਲਾ ਹੋ ਸਕਦਾ। ਤੁਸੀਂ ਜਦੋਂ ਉੱਥੇ ਜਾਣਾ, ਤੁਹਾਨੂੰ ਕਿਸੇ ਸੰਕਟ ਦੇ ਵਿੱਚ ਤੁਸੀਂ ਪੈ ਸਕਦੇ ਆ। LGBTQ+ ਕਿ ਤੁਸੀਂ ਸੇਫ ਸਪੇਸਿਸ ਦੇ ਉੱਤੇ ਜਾਓ ਅਤੇ ਤੁਸੀਂ ਠੀਕ ਠਾਕ ਰਹੋ, ਇਹ ਇੱਕ ਵੱਡਾ ਮਸਲਾ ਉੱਥੇ ਪੈਦਾ ਹੋਇਆ। ਇਹਦੇ ਨਾਲ ਕਈ ਅਫਵਾਹਾਂ ਵੀ ਫੈਲਦੀਆਂ ਵੀ ਇੱਕ ਤਾਂ ਜਿਹੜਾ ਮੁੰਡਾ ਉਹ ਕਹਿ ਰਿਹਾ ਮੈਂ ਮੁੰਡਾ ਨਹੀਂ, ਮੈਂ ਕੁੜੀ ਹਾਂ, ਮੈਨੂੰ ਕੁੜੀ ਸਮਝੋ। ਕੁੜੀ ਕਹਿ ਰਹੀ ਮੈਂ ਕੁੜੀ ਨਹੀਂ, ਮੈਨੂੰ ਮੁੰਡਾ ਸਮਝੋ। ਕੁਛ ਸਟੂਡੈਂਟ ਰੌਲਾ ਪਿਆ ਵੀ ਉਹ ਕਹਿੰਦੇ ਅਸੀਂ ਕੈਟ ਆ, ਕਿ ਸਾਨੂੰ ਕੈਟ ਵਾਂਗੂ ਟਰੀਟ ਕੀਤਾ ਜਾਵੇ। ਅਤੇ ਉੱਥੇ ਫਿਰ ਜਿਹੜਾ ਰੌਲਾ ਪਿਆ ਸੀ ਵਾਸ਼ਰੂਮਸ ਦਾ, ਕਿ ਉਹਦੇ ਬਾਰੇ ਕਈ ਸਪਸ਼ਟੀਕਰਨ ਫਿਰ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੋਂ ਮਿਸ ਇਨਫੋਰਮੇਸ਼ਨ ਜਿਹੜੀਆਂ ਆਈਆਂ ਸੀ ਕਿ ਬੇਸਿਕਲੀ ਇਹ ਜਦੋਂ ਇੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਤਾਂ ਇਸ ਕਮਿਊਨਿਟੀ ਨੂੰ ਹੇਟ ਫੈਲਾਉਣ ਦੇ ਲਈ ਜਾਂ ਟਾਰਗੇਟ ਕਰਨ ਦੇ ਲਈ ਕੀਤੀਆਂ ਜਾਂਦੀਆਂ। ਹੁਣ ਇਹ ਐਡਵਾਈਜ਼ਰੀ ਕੀ ਕਹਿੰਦੀ ਆ ਕਿ ਇਹਨਾਂ ਲੈਜਿਸਲੇਸ਼ਨ ਦਾ ਤੁਹਾਡੇ ਉੱਤੇ ਇੰਪੈਕਟ ਪਊਗਾ। ਇੱਕ ਤੁਹਾਨੂੰ ਯਾਦ ਹੋਊਗਾ ਬਹੁਤ ਵੱਡਾ ਨਾਅਰਾ ਡੋਂਟ ਸੇ ਗੇ ਬਿੱਲ ਜਿਹੜਾ ਉੱਥੇ ਸੀਗਾ, ਔਰ ਡੋਂਟ ਸੇ ਗੇ ਬਿੱਲ ਸੀਗਾ ਕਿ ਕਲਾਸਰੂਮ ਦੇ ਵਿੱਚ ਤੁਸੀਂ ਕਿਸੇ ਕਿਸਮ ਦੀ ਵੀ ਸੈਕਸ਼ੂਅਲ ਓਰੀਐਂਟੇਸ਼ਨ
ਜਾਂ ਜਿਹੜੀ ਜੈਂਡਰ ਆਇਡੈਂਟੀਟੀ ਆ ਇਹਨੂੰ ਇਸ ਕਿਸਮ ਦੀ ਗੱਲਬਾਤ ਨਹੀਂ ਕਰਨੀ। ਮਈ 23 ਨੂੰ ਹਿਊਮਨ ਰਾਈਟਸ ਕੈਂਪੇਨ ਨੇ ਅਨਾਉਂਸ ਕੀਤਾ ਸੀ ਕਿ ਇਹ ਆਪਣੀ ਟਰੈਵਲ ਐਡਵਾਈਜ਼ਰੀ ਜਾਰੀ ਕਰ ਰਹੇ ਆ ਕਿ ਕੋਈ ਹੋਰ ਜਗ੍ਹਾ ਲੱਭ ਲਓ ਫਿਰਨ ਤੁਰਨ ਦੇ ਲਈ, ਕਿਤੇ ਹੋਰ ਚਲ ਜਾਓ। ਆਹ ਜਿਹੜੀਆਂ ਅਮਰੀਕਾ ਦੀਆਂ ਸਟੇਟਾਂ ਆ ਜਿੱਥੇ LGBTQ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ, ਕਈ ਮਿਲੀਅਨਸ ਆਫ ਮੈਂਬਰ ਨੇ ਇਹਨਾਂ ਦੇ, ਕਿ ਉੱਥੇ ਤੁਸੀਂ ਨਾ ਜਾਓ, ਇੱਥੇ ਖਤਰਾ ਹੋ ਸਕਦਾ, ਤੁਹਾਡੀ ਬਾਰਡਰ ਸੇਫਟੀ ਕਿੱਥੇ ਹੋ ਸਕਦੀ ਆ। ਇਹ ਜਿਹੜੇ 4-5 ਮੁੱਦੇ ਅਮਰੀਕਾ ਦੇ ਭਖ ਦੇ ਮੁੱਦੇ ਨੇ, ਉਹਨਾਂ ਦੇ ਵਿੱਚੋਂ ਇੱਕ ਇਸ ਵੇਲੇ ਇਹ LGBTQ ਵਾਲਾ ਮਾਮਲਾ ਆ। ਜਦੋਂ ਰੌਨ ਡਿਸੈਂਟਿਸ ਨੇ ਬਿੱਲ ਸਾਈਨ ਕੀਤਾ ਸੀ ਲੈਜਿਸਲੇਸ਼ਨ ਦੇ ਵਿੱਚ, ਤੇ ਉਹਨਾਂ ਨੇ ਮਤਲਬ ਉਹ ਕਹਿੰਦੇ ਸੀ, ਜਿਹੜਾ ਉਹਨਾਂ ਨੇ ਗੱਲਬਾਤ ਕਹੀ ਸੀ ਕਿ ਲੈਟ ਅਵਰ ਕਿਡਸ ਜਸਟ ਬੀ ਕਿਡਸ, ਸਾਡੇ ਬੱਚਿਆਂ ਨੂੰ ਬੱਚੇ ਰਹਿਣ ਦਿਓ। ਕਿ ਕਿੰਨੀ ਗੱਲਬਾਤ ਜਿਹੜੀ ਇਸ ਮਾਮਲੇ ਦੇ ਵਿੱਚ ਹੁਣ ਟੈਨੈਂਸੀ ਆ, ਜਿਹੜੀ ਟੈਨੈਂਸੀ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਕੰਸਰਨ ਜਿਹੜਾ ਰੇਜ਼ ਕੀਤਾ ਸੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਦੋਂ ਬਿੱਲ ਪਾਸ ਕੀਤਾ ਗਿਆ ਸੀ ਕਿ ਜਿਹਨੇ ਜੈਂਡਰ ਅਫਰਮਿੰਗ ਕੇਅਰ ਨੂੰ ਬੈਨ ਕਰ ਦਿੱਤਾ ਸੀ ਮਾਈਨਰਸ ਦੇ ਲਈ। ਦੂਜਾ ਇਸ ਸਾਰੇ ਮਾਮਲੇ ਦੇ ਵਿੱਚ ਰੌਲਾ ਇਹ ਆ ਕਿ ਠੀਕ ਆ, ਬੰਦੇ ਨੂੰ ਕੁਛ ਵੀ, ਮੁੰਡੇ ਨੂੰ ਕੁੜੀ ਬਣਨ ਦਾ, ਕੁੜੀ ਨੂੰ ਮੁੰਡੇ ਬਣਨ ਦਾ, ਜਾਂ ਮੁੰਡਿਆਂ ਨਾਲ ਰਹਿਣ ਦਾ, ਕੁੜੀ ਨੂੰ ਕੁੜੀਆਂ ਨਾਲ ਰਹਿਣ ਦਾ ਅਧਿਕਾਰ ਆ, ਪਰ ਇਹ ਹੋਣਾ ਉਦੋਂ ਚਾਹੀਦਾ ਜਦੋਂ 18 ਸਾਲ ਟੱਪ ਜਾਵੇ। ਉਹਦਾ ਆਪਣਾ ਫੈਸਲਾ ਆ, ਉਹ ਜੋ ਮਰਜ਼ੀ ਕਰੇ। ਇਹਨਾਂ ਸਟੇਟਸ ਨੇ ਸਮੇਤ ਟੈਨੈਂਸੀ ਨੇ ਜਿਹੜੀ ਜੈਂਡਰ ਅਫਰਮਿੰਗ ਕੇਅਰ ਆ ਉਹਨੂੰ ਬੈਨ ਕਰਤਾ ਸੀ। ਉਹਨਾਂ ਨੂੰ ਸਪੋਰਟ ਨਾ ਕਰੋ, ਮਤਲਬ ਇਹ ਆ ਕਿ ਅਸੀਂ ਨਹੀਂ ਇਸ ਗੱਲ ਨੂੰ ਸਪੋਰਟ ਕਰਾਂਗੇ। ਮਾਈਨਰਸ ਦੇ ਵਿੱਚ ਤੁਹਾਡੀ ਉਮਰ ਘੱਟ ਆ, 11-12 ਸਾਲ ਉਮਰ ਆ, ਅਸੀਂ ਤੁਹਾਨੂੰ ਜੇ ਤੁਸੀਂ ਕਹਿੰਦੇ ਸਾਡੀ ਸਰਜਰੀ ਕਰਕੇ ਆਹ ਕਰ ਦਿਓ, ਕਹਿੰਦੇ ਨਹੀਂ ਕਰਾਂਗੇ। ਹੁਣ ਅਮਰੀਕਾ ਕੈਨੇਡਾ ਦੇ ਬਾਰਡਰ ਦੇ ਉੱਤੇ ਜਿਹੜੇ ਕੁਛ ਐਡਵੋਕੇਟਸ ਨੇ ਇਹਨਾਂ ਦੇ, ਉਹ ਚਿੰਤਾ ਦੇ ਵਿੱਚ ਨੇ ਤੇ ਆਪਣਾ ਇਹ ਕਨਸਰਨ ਵੀ ਦੱਸ ਰਹੇ ਆ ਕਿ ਤੁਹਾਨੂੰ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ, ਆਪਣਾ ਹੋਮਵਰਕ ਕਰਨਾ ਚਾਹੀਦਾ, ਕਿਉਂਕਿ ਤੁਸੀਂ ਇਸ ਕਮਿਊਨਿਟੀ ਦੇ ਮੈਂਬਰ ਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਆ, ਤੇ ਇਸ ਮਾਮਲੇ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਉੱਥੇ ਜਾਣਾ ਚਾਹੀਦਾ, ਤੇ ਜਿੰਨਾ ਘੱਟ ਤੋਂ ਘੱਟ ਉੱਥੇ ਜਾ ਸਕਦੇ ਆ ਉਨਾ ਘੱਟ ਤੋਂ ਘੱਟ ਜਾਓ। ਜਿਹੜੇ ਟਰੈਵਲਰ ਨੇ ਉਹਨਾਂ ਨੂੰ ਰਿਸਕ ਹੋ ਸਕਦਾ ਆ। ਕੁਛ ਜਿਹੜੀਆਂ ਈਮੇਲਸ ਆਈਆਂ ਉਹਨਾਂ ਨੂੰ ਫਲੋਰੀਡਾ, ਟੈਨੈਂਸੀ ਤੇ ਹੋਰ ਜਿਹੜੀਆਂ ਸਟੇਟਸ ਨੇ, ਲਗਭਗ ਅੱਧੋ ਅੱਧ ਹੈਗਾ ਇਹ ਸਟੇਟਸ ਦਾ ਉੱਥੇ, ਜਿੱਥੇ ਇੱਕ ਪਾਸੇ ਨੂੰ ਬਿੱਲ ਜਿਹੜੇ ਉਧਰਲੇ ਪਾਸ ਕੀਤੇ ਜਾ ਰਹੇ ਆ ਤੇ ਦੂਜੇ ਪਾਸੇ ਨੂੰ ਪਾਸ ਕੀਤੇ ਜਾ ਰਹੇ ਆ। ਇੱਕ ਪਾਸੇ ਨੂੰ ਆਜ਼ਾਦੀ ਕਿਹਾ ਜਾ ਰਿਹਾ। ਕੈਨੇਡੀਅਨਸ ਨੂੰ ਵੀ ਵਾਰਨਿੰਗ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਕਿ ਉਧਰਲੇ ਪਾਸੇ ਜਾਣ ਦੇ ਨਾਲ ਤੁਹਾਨੂੰ ਜਿਹੜਾ ਕੋਈ ਨਾ ਕੋਈ ਇਹਦੇ ਵਿੱਚ ਖਤਰਾ ਹੋ ਸਕਦਾ, ਖਿਆਲ ਨਾਲ ਟਰੈਵਲ ਕੀਤਾ ਜਾਵੇ। ਅਗਲੀ ਗੱਲਬਾਤ ਰਾਸ਼ਟਰਪਤੀ ਦੌੜ ਦੀ ਹੈ। 24 ਦੇ ਵਿੱਚ ਇਲੈਕਸ਼ਨ ਆ ਤੇ ਉਹਦੇ ਤੋਂ ਪਹਿਲਾਂ ਨੋਮੀਨੇਸ਼ਨ ਹੋਣੀ ਆ। ਇਹ ਅਨਾਊਂਸ ਹੋਣਾ ਆ ਕਿ ਰਿਪਬਲਿਕਨ ਆਪਣਾ ਕਿਹੜਾ ਉਮੀਦਵਾਰ ਸਾਹਮਣੇ ਲੈ ਕੇ ਆਉਂਦੇ ਆ, ਡੋਨਾਲਡ ਟਰੰਪ ਨੂੰ ਲੈ ਕੇ ਆਉਂਦੇ ਆ, ਨਿੱਕੀ ਹੇਲੀ ਨੂੰ ਲੈ ਕੇ ਆਉਂਦੇ ਆ, ਜਾਂ ਰੌਨ ਡਿਸੈਂਟਿਸ ਨੂੰ ਲੈ ਕੇ ਆਉਂਦੇ ਆ। ਕੱਲ੍ਹ ਉਹਨਾਂ ਨੇ ਆਪਣੀ ਕੈਂਪੇਨ ਅਨਾਊਂਸ ਕਰ ਦਿੱਤੀ ਹੈ। ਦੂਜੇ ਪਾਸੇ ਡੈਮੋਕ੍ਰੇਟਸ ਜੋ ਬਾਈਡਨ ਤੇ ਦੂਜੇ ਉਹਨਾਂ ਦੇ ਨਾਲ ਨੇ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਬਹੁਤ ਚਰਚਾ ਦੇ ਵਿੱਚ ਨਾਂ ਸੀ ਔਰ ਬੜੇ ਲੰਬੇ ਸਮੇਂ ਤੋਂ ਪਤਾ ਸੀ ਇਹਨਾਂ ਨੇ ਨੋਮੀਨੇਸ਼ਨ ਲੜਨੀ ਆ, ਇਲੈਕਸ਼ਨ ਦੇ ਵਿੱਚ ਖੜੇ ਹੋਣਗੇ, ਤੇ ਆਖਰਕਾਰ ਉਹਨਾਂ ਨੇ ਅਨਾਊਂਸ ਕਰ ਦਿੱਤਾ। ਤੇ ਪਰ ਅਨਾਊਂਸਮੈਂਟ ਉਹਨਾਂ ਨੇ ਬੜੇ ਤਰੀਕੇ ਨਾਲ ਕੀਤੀ ਜਾਂ ਇੱਦਾਂ ਕਹ ਲਓ ਤਰੀਕੇ ਨਾਲ ਕਰਨੀ ਸੀ। ਟਵਿੱਟਰ ਦੇ ਉੱਤੇ ਆ ਕੇ ਉਹਨਾਂ ਨੇ ਮਤਲਬ ਗੱਲਬਾਤ ਕਰਨੀ ਸੀ ਐਲਨ ਮਸਕ ਦੇ ਨਾਲ, ਜਿਹਦੇ ਨਾਲ ਉਹਨਾਂ ਦੀ ਨਵੀਂ ਸਾਂਝ ਪਈ ਆ, ਤੇ ਉਹ ਗੱਲਬਾਤ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਅਨਾਊਂਸ ਕਰਨਾ ਸੀ। ਉਹ ਟੈਕਨੀਕਲ ਗਲਿਚ ਉਹਨਾਂ ਦੇ ਟਵਿੱਟਰ ਦੇ ਵਿੱਚ ਇੱਦਾਂ ਆ ਗਿਆ ਵੀ ਜਦੋਂ ਸਾਰਾ ਕੁਝ ਚੱਲ ਰਿਹਾ ਸੀ 20 ਕੁ ਮਿੰਟ ਬਾਅਦ ਉਹ ਸਾਰਾ ਕੁਝ ਬੰਦ ਹੋ ਗਿਆ। ਹੁਣ ਜਿਹੜਾ ਮਾਲਕ ਟਵਿੱਟਰ ਦਾ ਉਹ ਨਾਲ ਬੈਠਾ ਹੋਵੇ ਤੇ ਜਿਹਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਹੋਣਾ, ਉਹਨੇ ਆਪਣੀ ਕੈਂਡੀਡੇਸੀ ਦੀ ਅਨਾਊਂਸਮੈਂਟ ਕਰਨੀ ਹੋਵੇ ਤੇ ਵਿੱਚ ਟੈਕਨੀਕਲ ਗਲਿਚ ਆ ਜੇ, ਇਹਨੇ ਥੋੜ੍ਹੀ ਜਿਹੀ ਕਿਰਕਰੀ ਜ਼ਰੂਰ ਕਰ ਦਿੱਤੀ ਆ ਰੌਨ ਡਿਸੈਂਟਿਸ ਦੀ ਕੈਂਪੇਨ ਦੀ। ਜਿੰਨਾ ਜ਼ਬਰਦਸਤ ਸਟਾਰਟ ਇਹਨੂੰ ਮਿਲਣਾ ਸੀ ਉਹ ਸ਼ਾਇਦ ਨਹੀਂ ਮਿਲ ਸਕਿਆ। 44 ਸਾਲਾ ਰੌਨ ਡਿਸੈਂਟਿਸ ਚੈਲੰਜ ਕਰੂਗਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿ ਪਾਰਟੀ ਉਹਨੂੰ ਨਹੀਂ, ਮੈਨੂੰ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਚੁਣੇ। ਹੁਣ ਇਸ ਡਿਸੀਜਨ ਦੇ ਵਿੱਚ ਜਿਹੜੀ ਕੈਂਪੇਨ ਅਨਾਊਂਸ ਕੀਤੀ ਆ, ਔਨਲਾਈਨ ਟਵਿੱਟਰ ਦੇ CEO ਐਲਨ ਮਸਕ ਦੇ ਨਾਲ ਬੈਕਫਾਇਰ ਵੀ ਹੋਇਆ। ਉਹਦਾ ਜਿਹੜੀ ਆਡੀਓ ਸਟਰੀਮ ਸੀਗੀ, ਆਵਾਜ਼ ਹੀ ਨਹੀਂ ਸੁਣੀ ਉਹਦੇ ਵਿੱਚ, ਕਿੰਨਾ ਚਿਰ ਚੁੱਪ ਹੀ ਰਹੇ, ਉਹ ਟੋਟਲੀ ਕਰੈਸ਼ ਹੋ ਗਈ। ਤੇ ਹੁਣ ਜਿਹੜੇ ਯੂਜ਼ਰ ਸੀਗੇ, ਕਿੰਨੇ ਲੱਖਾਂ ਹੀ ਲੋਕ ਉਹਨਾਂ ਨੂੰ ਉਸ ਵੇਲੇ ਲਾਈਵ ਦੇਖ ਰਹੇ ਸੀਗੇ, ਤੇ ਉਹ ਜਿਹੜੇ ਆ ਉਹਨਾਂ ਕੋਲੋਂ ਟੁੱਟ ਗਏ, ਉਹਨਾਂ ਨਾਲੋਂ ਹਟ ਗਏ, ਤੇ ਥੋੜ੍ਹੀ ਜਿਹੀ ਕਿਰਕਰੀ ਇਹਨਾਂ ਦੀ ਅਨਾਊਂਸਮੈਂਟ ਦੇ ਵਿੱਚ ਹੋ ਗਈ ਆ। ਸੋ ਹੁਣ ਇਸ ਵੇਲੇ ਦੋਵੇਂ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਨੇ। ਜਲਦੀ ਇਹਨਾਂ ਨੇ ਆਪਣੇ ਕੈਂਡੀਡੇਟ ਅਨਾਊਂਸ ਕਰਨੇ ਆ, ਨੋਮੀਨੇਸ਼ਨ ਕਰਨੀ ਆ। ਜਿਹੜਾ ਡਿਸੈਂਟਿਸ ਦਾ ਰਾਹ ਆ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਤੱਕ, ਉਹ ਸੌਖਾ ਨਹੀਂ ਆ। ਕਈ ਤਰ੍ਹਾਂ ਦੇ ਚੈਲੰਜਸ ਇਹਨਾਂ ਨੂੰ ਆਉਣੇ ਆ। ਕਿਸੇ ਵੇਲੇ ਇਹ ਵੀ ਵੱਡੀ ਸਪੋਰਟ ਕਰਦੇ ਰਹੇ ਆ ਡੋਨਾਲਡ ਟਰੰਪ ਦੀ, ਪਰ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਤੋਂ ਪਿੱਛੇ ਵੀ ਹੋਏ ਆ। ਇਹਨਾਂ ਨੂੰ ਇਸ ਵੇਲੇ ਜਿਹੜੇ ਹੁਣ UN ਅੰਬੈਸਡਰ ਰਹੇ ਆ, ਸਾਬਕਾ ਫਾਰਮਰ UN ਅੰਬੈਸਡਰ ਨਿੱਕੀ ਹੇਲੀ,
ਫਿਰ ਇਸੇ ਤਰ੍ਹਾਂ ਜਿਹੜੇ ਸੈਨੇਟਰ ਟਿਮ ਸਕਾਟ ਨੇ ਸਾਊਥ ਕੈਰੋਲੀਨਾ ਦੇ, ਉਹਨਾਂ ਦੇ ਨਾਲ। ਇਸੇ ਤਰ੍ਹਾਂ ਸਾਬਕਾ ਅਰਕਾਨਸਸ ਦੇ ਗਵਰਨਰ ਨੇ ਐਸਾ ਹਚਿਨਸਨ, ਤੇ ਜਿਹੜੇ ਬਾਇਓਟੈਕ ਐਂਟਰਪ੍ਰੈਨਰ ਬਹੁਤ ਵੱਡੇ ਪੈਸੇ ਧੇਲੇ ਵਾਲੇ ਬੰਦੇ ਨੇ ਵਿਵੇਕ ਰਾਮਾਸਵਾਮੀ, ਉਹਨਾਂ ਦੇ ਨਾਲ। ਤੇ ਜਿਹੜੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਨੇ ਮਾਈਕ ਪੈਂਸ, ਇੰਨੇ ਬੰਦਿਆਂ ਦੇ ਨਾਲ ਇਹਨਾਂ ਨੂੰ ਨੋਮੀਨੇਸ਼ਨ ਲੜਨੀ ਪੈਣੀ, ਫਿਰ ਜਾ ਕੇ ਕਿਤੇ ਇਹਨਾਂ ਦਾ ਨੰਬਰ ਆ ਸਕਦਾ ਰਾਉਂਡ ਸੈਂਟਰ ਦਾ। ਸਾਰੇ ਨਾਮ ਬਹੁਤ ਵੱਡੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਕੈਂਡੀਡੇਸੀ ਅਨਾਊਂਸ ਕੀਤੀ ਆਪਣੀ, ਜਿਨ੍ਹਾਂ ਦੇ ਨਾਲ ਇਹਨਾਂ ਦਾ ਸਭ ਤੋਂ ਵੱਡਾ ਸਿੱਧਾ ਮੁਕਾਬਲਾ ਆ। ਟਰੰਪ ਆਪਣੇ ਆਪ ਦੇ ਵਿੱਚ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਂ ਆ, ਜਿਹਨੇ ਇੱਕ ਵਾਰੀ ਅਮਰੀਕਾ ਦੇ ਉੱਤੇ ਰਾਜ ਕੀਤਾ ਹੋਵੇ, ਉਹਨੂੰ ਪਿੱਛੇ ਕਰਕੇ ਅੱਗੇ ਆਉਣਾ ਵੈਸੇ ਔਖਾ ਹੁੰਦਾ। ਨਿੱਕੀ ਹੇਲੀ, ਉਹਨਾਂ ਨੇ ਕਿਹਾ ਵੀ ਅਸੀਂ ਯੰਗ ਆ, ਅਗਲੀ ਜਨਰੇਸ਼ਨ ਆ, ਇਹ ਕਹਿ ਕੇ ਆਪਣੇ ਆਪ ਨੂੰ ਪ੍ਰਮੋਟ ਕੀਤਾ, ਅੰਬੈਸਡਰ ਜਨਰਲ ਰਹੇ ਆ। ਟਿਮ ਸਕਾਟ ਸਾਊਥ ਕੈਰੋਲੀਨਾ ਦੇ ਸਾਬਕਾ ਜਿਹੜੇ ਉਹ ਗਵਰਨਰ ਨੇ, ਤੇ ਇਸੇ ਤਰ੍ਹਾਂ ਹੀ ਬਾਕੀ ਇਹ ਸਾਰੇ ਹੀ ਆਪਣੇ ਆਪ ਦੇ ਵਿੱਚ ਇੱਕ ਵੱਡੇ ਨਾਂ ਨੇ। ਉਹਨਾਂ ਦੇ ਨਾਲ ਜਿਹੜਾ ਲੜ ਕੇ ਅੱਗੇ ਆਉਣਾ ਆਪਣੇ ਆਪ ਦੇ ਵਿੱਚ ਔਖਾ ਆ। ਸੋ ਇਹ ਫੈਸਲਾ ਇਹਨਾਂ ਦਾ ਹੁਣ ਚਰਚਾ ਦੇ ਵਿੱਚ ਆ ਵੀ ਇਹਨਾਂ ਨੇ ਐਲਨ ਮਸਕ ਦੇ ਨਾਲ ਗੱਲ ਕਰਕੇ ਟਵਿੱਟਰ ਦੇ ਉੱਤੇ ਕਿਉਂ ਆਏ। ਇਹਨਾਂ ਦੀ ਰਿਪਬਲਿਕਨ ਦੇ ਨਾਲ ਜਿਸ ਤਰ੍ਹਾਂ ਦੀ ਐਲਨ ਮਸਕ ਦੀ ਸਾਂਝ ਆ, ਜਾਂ ਇੱਦਾਂ ਕਹਿ ਲਓ ਡੈਮੋਕ੍ਰੈਟਸ ਨੇ ਜਿਸ ਤਰ੍ਹਾਂ ਇਹਨਾਂ ਨੂੰ ਪਾਸੇ ਕੀਤਾ, ਜਦੋਂ ਜੋ ਬਾਈਡਨ ਆਪਣੀ ਸਪੀਚ ਦਿੰਦੇ ਜਾਂ ਗੱਲ ਕਰਦੇ ਆ, ਸਾਰੀਆਂ ਇਲੈਕਟ੍ਰਿਕ ਕਾਰਾਂ ਦੀ ਉਹ ਗੱਲਬਾਤ ਕਰਦੇ ਕਿ ਫਲਾਣੀ ਕੰਪਨੀ ਇੱਦਾਂ ਕਰੂਗੀ, ਟੈਸਲਾ ਦਾ ਨਾਂ ਨਹੀਂ ਲੈਂਦੇ, ਟੈਸਲਾ ਨੂੰ ਪਿੱਛੇ ਛੱਡ ਜਾਂਦੇ ਆ। ਹੁਣ ਕੁਦਰਤੀ ਤੌਰ 'ਤੇ ਇਹਨਾਂ ਦੀ ਸਾਂਝ ਦੂਜਿਆਂ ਨਾਲ ਪੈਣੀ ਆ, ਪਰ ਦੂਜੇ ਸਾਰੇ ਕੈਂਡੀਡੇਟ ਜਿਹੜੇ ਰਿਪਬਲਿਕਨ ਦੇ ਸੀ, ਉਹਨਾਂ ਦੇ ਵਿੱਚੋਂ ਰੌਨ ਡਿਸੈਂਟਿਸ ਦੇ ਨਾਲ ਇਹਨਾਂ ਦੀ ਸਾਂਝ ਕਿਉਂ ਪਈ ਹੈ, ਇਹਦੇ ਪਿੱਛੇ ਕਹਿੰਦੇ ਇੱਕ ਬੰਦਾ ਆ, ਉਹਦਾ ਨਾਂ ਦੱਸਦੇ ਆ ਡੇਵਿਡ ਸੈਕਸ। ਡੇਵਿਡ ਸੈਕ ਜਿਹੜਾ ਆ ਉਹ ਇਹਨਾਂ ਦੋਵਾਂ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰ ਰਿਹਾ ਇਸ ਵੇਲੇ। ਸਿਲਕਨ ਵੈਲੀ ਐਂਟਰਪ੍ਰੈਨਿਓਰ ਆ, ਇਹ ਇਨਵੈਸਟਰ ਆ। ਮਿਸਟਰ ਸੈਕ ਬਹੁਤ ਨੇੜੇ ਆ ਫਲੋਰੀਡਾ ਦੇ ਗਵਰਨਰ ਤੇ ਮਿਸਟਰ ਮਸਕ ਦੋਵਾਂ ਦੇ ਨਾਲ। ਕਹਿੰਦੇ ਐਲਨ ਮਸਕ ਦੇ ਨਾਲ ਇਹਨੇ ਕਾਫੀ ਪਹਿਲਾਂ ਕੰਮ ਵੀ ਕੀਤਾ, ਜਦੋਂ ਪੇਪਾਲ ਦੇ ਵਿੱਚ ਸੀਗਾ, ਜਿਹੜੀ ਡਿਜੀਟਲ ਪੇਮੈਂਟ ਕੰਪਨੀ ਆ, ਕਿਸੇ ਵੇਲੇ ਇਹਨਾਂ ਦੀ ਐਲਨ ਮਸਕ ਦੀ ਹੁੰਦੀ ਸੀਗੀ ਇਹ। ਤੇ ਇਹਨਾਂ ਦਾ ਇਹ ਵੱਡੇ ਇਨਵੈਸਟਰ ਦੇ ਵਿੱਚੋਂ ਆ, ਜਿਨ੍ਹਾਂ ਨੇ ਫੰਡਿੰਗ ਦਿੱਤੀ ਜਦੋਂ ਐਲਨ ਮਸਕ ਨੇ $44 ਬਿਲੀਅਨ ਦਾ ਟਵਿੱਟਰ ਖਰੀਦਣਾ ਸੀ ਪਿਛਲੇ ਸਾਲ। ਸੋ ਉਹਨਾਂ ਦੇ ਬਹੁਤ ਨੇੜੇ ਆ। ਦੂਜੇ ਪਾਸੇ ਰਿਪਬਲਿਕਨ ਦਾ ਇਹ ਬਹੁਤ ਜਿਹੜਾ ਸਪੋਰਟਰ ਆ, ਤੇ ਇਹਨੇ ਪਿੱਛੇ ਜੇ $50,000 ਰੌਨ ਡਿਸੈਂਟਿਸ ਨੂੰ, ਉਹਨਾਂ ਦੀ ਜਿਹੜੀ ਪੋਲੀਟੀਕਲ ਕਮੇਟੀ ਆ, ਉਹਨਾਂ ਨੂੰ ਉਸ ਮਾਮਲੇ ਦੇ ਵਿੱਚ ਦਿੱਤਾ ਵੀ। ਸੋ ਫੰਡਿੰਗ ਵੀ ਬਹੁਤ ਕਰਦੇ ਆ। ਹੁਣ ਇਹ ਦੋਵਾਂ ਦੇ ਵਿਚਕਾਰ ਕਹਿੰਦੇ ਪੁਲ ਦਾ ਕੰਮ ਕਰ ਰਿਹਾ। ਇਹਨੇ ਦੋਵਾਂ ਨੂੰ ਇਕੱਠੇ ਕਰਕੇ ਤਾਂ ਇਹ ਅਨਾਊਂਸਮੈਂਟ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਕੀਤੀ ਗਈ ਹੈ। ਬਾਕੀ ਦੇਖੋ ਹੁਣ ਕਿਹਦੀ ਚੋਣ ਹੁੰਦੀ ਹੈ ਤੇ ਕੌਣ ਅਮਰੀਕਾ ਦੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਹੁੰਦਾ। ਅਗਲੀ ਗੱਲਬਾਤ, ਹੈਕਰਸ ਜਿਹੜੇ ਨੇ ਚੀਨ ਤੋਂ ਨੇ ਖਾਸ ਕਰਕੇ ਕਿਹਾ ਜਾ ਰਿਹਾ, ਉਹ ਅਮਰੀਕਾ ਦੇ ਇਨਫਰਾਸਟਰਕਚਰ ਤੇ ਸਾਈਬਰ ਸਿਕਿਉਰਿਟੀ, ਉਹ ਸਾਰੇ ਕੁਛ ਨੂੰ ਟਾਰਗੇਟ ਕਰ ਰਹੇ ਆ। ਵਾਰਨਿੰਗ ਦਿੱਤੀ ਗਈ ਹੈ ਵੀ ਕਿਸੇ ਵੇਲੇ ਵੀ ਉਹਨੂੰ ਹੈਕ ਕਰ ਸਕਦੇ ਆ। ਅਗਲੀ ਜਿਹੜੀ ਲੜਾਈ ਆ, ਜਿੱਦਾਂ ਯੂਕਰੇਨ ਤੇ ਰੂਸ ਦਾ ਯੁੱਧ ਲੱਗਾ, ਹਥਿਆਰਾਂ ਦਾ ਯੁੱਧ ਆ, ਸਿੱਧੀ ਲੜਾਈ ਹੋ ਰਹੀ ਹੈ, ਮਿਜ਼ਾਈਲਾਂ, ਰੌਕਟ ਤੇ ਕੀ ਉੱਥੇ ਚੱਲ ਰਹੇ ਆ। ਹੁਣ ਇੱਧਰਲੇ ਪਾਸੇ ਜਿਹੜੀ ਦੂਜੀ ਲੜਾਈ ਆ, ਉਹ ਸਾਈਬਰ ਵਾਰ ਆ, ਕਿ ਤੁਹਾਡਾ ਸਾਰਾ ਸਿਸਟਮ ਹੈਕ ਕਰ ਲੈਣਗੇ, ਤੁਹਾਡੇ ਸਾਰੇ ਕੰਪਿਊਟਰ ਜਿਹੜੇ ਆ ਉਹ ਹੈਕ ਕਰ ਲੈਣਗੇ, ਤੁਹਾਡਾ ਸਾਰਾ ਕੰਮ ਖੜਾ ਹੋ ਜਾਊਗਾ। ਇਹ ਅਟੈਕ ਕਹਿੰਦੇ ਚੀਨ ਇਸ ਵੇਲੇ ਅਮਰੀਕਾ ਦੇ ਉੱਤੇ ਕਰ ਰਿਹਾ। ਪਹਿਲਾਂ ਵੀ ਅਮਰੀਕਾ ਦੇ ਵਿੱਚ ਚਾਹੇ ਉਹ ਜਿਹੜੀ ਪਾਈਪਲਾਈਨ ਸੀਗੀ ਜਾਂ ਕਿੰਨੇ ਸੀਗੀ, ਉਹਨਾਂ ਸਾਰਿਆਂ ਦੇ ਉੱਤੇ ਅਟੈਕ ਹੋਏ, ਪਰ ਉਸ ਕੇਸ ਦੇ ਵਿੱਚ ਉਹ ਜਿਹੜੇ ਮੰਗ ਰਹੇ ਸੀ, ਉਹ ਕਰਦੇ ਕੀ ਆ, ਤੁਹਾਡਾ ਕੰਪਿਊਟਰ ਆਪਣੇ ਵੱਸ 'ਚ ਕਰ ਲੈਂਦੇ ਕੰਪਿਊਟਰ ਦੇ ਨਾਲ, ਤੇ ਉਹਦੇ ਤੋਂ ਬਾਅਦ ਫਿਰ ਉਹ ਕਹਿੰਦੇ ਇੰਨੇ ਪੈਸੇ ਦਿਓ ਤਾਂ ਤੁਹਾਨੂੰ ਅਸੀਂ ਇਹਨੂੰ ਛੱਡਾਂਗੇ। ਤੇ ਕਈ ਕੇਸਾਂ ਦੇ ਵਿੱਚ ਸਰਕਾਰ ਨੂੰ, ਅਮਰੀਕਾ ਦੀ ਸਰਕਾਰ ਨੂੰ ਪੈਸੇ ਵੀ ਦੇਣੇ ਪਏ। ਪਰ ਉਹ ਜਿਹੜੇ ਲੋਕ ਸੀਗੇ ਉਹ ਰਸ਼ੀਅਨ ਬੋਲਦੇ ਸੀ, ਰੂਸ ਦੀ ਭਾਸ਼ਾ ਬੋਲਦੇ ਸੀ, ਤੇ ਉਹਨਾਂ ਦਾ ਸੰਬੰਧ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ ਰੂਸ ਦੇ ਨਾਲ ਮੰਨਿਆ ਜਾਂਦਾ ਸੀ। ਹੁਣ ਜਿਹੜੀ ਇਹ ਆ, ਇਹਨਾਂ ਦਾ ਕਿਹਾ ਜਾ ਰਿਹਾ ਕਿ ਇਹ ਅਮਰੀਕਾ ਦੇ ਉੱਤੇ ਚੀਨ ਦੇ ਜਿਹੜੇ ਹੈਕਰ ਨੇ ਅਟੈਕ ਕਰ ਸਕਦੇ, ਕੈਨੇਡਾ ਦੇ ਉੱਤੇ ਵੀ। ਜਿਹੜੀ ਕੈਨੇਡੀਅਨ ਸੈਂਟਰ ਫਾਰ ਸਾਈਬਰ ਸਿਕਿਉਰਿਟੀ ਆ, ਉਹਨਾਂ ਨੇ ਵੀ ਕਈ ਇੰਟਰਨੈਸ਼ਨਲ ਜਿਹੜੀਆਂ ਏਜੰਸੀਜ਼ ਹੈਗੀਆਂ, ਤੇ ਉਹਨਾਂ ਨੇ ਕਿਹਾ ਕਿ ਇਸ ਅਲਾਇੰਸ ਦੇ ਵਿੱਚ ਕਿ ਸਾਨੂੰ ਸਤਰਕ ਰਹਿਣਾ ਚਾਹੀਦਾ ਇਸ ਗੱਲ ਤੋਂ, ਤੇ ਇਹਦੇ ਨਾਲ ਕਿਤੇ ਨਾ ਕਿਤੇ ਖਤਰਾ ਹੋ ਸਕਦਾ, ਇਹਦਾ ਖਿਆਲ ਰੱਖ ਕੇ ਹੀ ਬਚਾਅ ਕੀਤਾ ਜਾ ਸਕਦਾ। ਦੋਸਤੋ, ਅਗਲੀ ਗੱਲਬਾਤ ਇੱਕ ਸਾਂਝੀ ਕਰਨੀ ਹੈ ਕਿ ਜਿੱਦਾਂ ਸਾਨੂੰ ਪਤਾ ਕਿ ਅਮਰੀਕਾ ਦੇ ਵਿੱਚ ਲੇਬਰ ਦੀ ਸ਼ਾਰਟੇਜ ਆ, ਕੰਮ ਕਰਨ ਲਈ ਬੰਦੇ ਨਹੀਂ ਲੱਭਦੇ। ਜਿਹੜੀ ਮਰਜ਼ੀ ਇੰਡਸਟਰੀ ਦੇ ਵਿੱਚ ਚਲੇ ਜਾਓ, ਉੱਥੇ ਵਰਕਰ ਹੈ ਨਹੀਂ ਗੇ, ਵਰਕਰ ਲੱਭ ਰਿਹਾ, ਕਿਉਂਕਿ ਜਿਹੜੀ ਏਜਿੰਗ ਪੋਪੂਲੇਸ਼ਨ ਆ ਅਮਰੀਕਾ ਦੀ, ਜਾਂ ਇੱਥੇ ਬੱਚੇ ਜ਼ਿਆਦਾ ਜਾਂ ਬਜ਼ੁਰਗ ਜ਼ਿਆਦਾ, ਵਿਚਕਾਰਲੀ ਉਮਰ ਵਾਲੇ ਘੱਟ ਨੇ। ਹੁਣ ਜੇ ਵਿਚਕਾਰਲੀ ਉਮਰ ਵਾਲੇ ਘੱਟ ਨੇ ਤਾਂ ਉਹਦਾ ਹੱਲ ਕੀ ਕੀਤਾ ਜਾਵੇ, ਲੇਬਰ ਸ਼ਾਰਟੇਜ ਪੂਰੀ ਕਿੱਦਾਂ ਕੀਤੀ ਜਾਵੇ। ਇੱਕ ਉਮਰ ਆ ਕਿ ਤੁਸੀਂ 18 ਸਾਲ ਤੱਕ ਕੰਮ ਤੋਂ ਬਾਅਦ ਕੰਮ ਕਰ ਸਕਦੇ ਆ, ਜਾਂ ਜੇ 16 ਸਾਲ ਦੇ ਕੰਮ ਕਰਨਾ ਤਾਂ ਤੁਸੀਂ ਆਹ ਕੰਮ ਕਰ ਸਕਦੇ ਆ। ਇਹ ਕੀ ਕਰ ਰਹੇ ਆ, ਹੁਣ ਬੱਚਿਆਂ ਦੀ ਏਜ ਨੂੰ ਜਿਹੜੀ ਰਿਸਟ੍ਰਿਕਸ਼ਨਸ ਆ ਉਹਨੂੰ ਘਟਾ ਰਹੇ ਆ। ਵੀ ਜੇ ਪਹਿਲਾਂ 16 ਸਾਲ ਵਾਲੇ ਨੂੰ ਕੰਮ ਕਰਨ ਦਿੰਦੇ, ਕਹਿੰਦੇ 14 ਵਾਲੇ ਨੂੰ ਕਹਿ ਦਿਓ,
ਹੁਣ ਇੱਕ ਤਰੀਕੇ ਦੇ ਨਾਲ ਇਹ ਬੱਚਿਆਂ ਤੋਂ ਕੰਮ ਕਰਵਾਇਆ ਜਾ ਰਿਹਾ, ਜਾਣੀ ਕਿ ਚਾਈਲਡ ਲੇਬਰ ਆ। ਪਰ ਉਹ ਕਾਨੂੰਨ ਪਾਸ ਇੱਦਾਂ ਦੇ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਕੋਲੇ ਵਰਕਰ ਆ ਜਾਣ, ਸਾਨੂੰ ਕੰਮੇ ਮਿਲ ਜਾਣ। ਲੇਬਰ ਸ਼ਾਰਟੇਜ ਤੇ ਜਿਹੜਾ ਇੱਕ ਵੱਡਾ ਇਸ਼ੂ ਆ। ਤੇ ਹੁਣ ਪਰ ਜਿਹੜੇ ਇਹਦੇ ਉਲਟ ਚਾਈਲਡ ਵੈਲਫੇਅਰ ਐਡਵੋਕੇਟਸ ਨੇ ਉਹ ਚਿੰਤਤ ਨੇ ਇਸ ਗੱਲ ਦੇ ਵਿੱਚ। ਕਹਿੰਦੇ ਇਹਦਾ ਮਤਲਬ ਇਹ ਆ ਕਿ ਤੁਸੀਂ ਮਤਲਬ ਜਿਹੜੇ ਮਾਈਨਰਸ ਨੇ, ਜਿਹੜੇ ਬੱਚੇ ਨੇ, ਇਹਨਾਂ ਨੂੰ ਤੁਸੀਂ ਕੰਮ ਕਰਨ ਲਾ ਲਓਗੇ ਭਾਰੇ, ਜਿਹੜੇ ਇਹ ਕਰ ਹੀ ਨਹੀਂ ਸਕਦੇ, ਅਤੇ ਉਹਦੇ ਕੌਨਸੀਕੁਐਂਸਿਸ ਕੀ ਹੋਣਗੇ, ਉਹਦੇ ਨਤੀਜੇ ਕੀ ਹੋਣਗੇ। ਜਿਹੜੀ ਚਾਈਲਡ ਲੇਬਰ ਕੋਲੀਸ਼ਨ ਆ ਉਹ ਇਹਦੇ ਉਲਟ ਖੜੇ ਆ। ਉਹ ਕਹਿੰਦੇ ਤੁਸੀਂ ਇੱਕ ਲੇਬਰ ਸ਼ਾਰਟੇਜ ਨੂੰ ਇਹਨਾਂ ਅੱਲੜ ਨਿਆਣਿਆਂ ਦੇ ਨਾਲ ਬੈਕ ਨਹੀਂ ਕਰ ਸਕਦੇ, ਵੀ ਉਹ ਇਹਨਾਂ ਦੀ ਸਪੋਰਟ ਨਹੀਂ ਕਰ ਸਕਦੇ। ਚਾਈਲਡ ਲੇਬਰ ਲਾ ਨੂੰ ਘੱਟੋ ਘੱਟ 10 ਸਟੇਟਾਂ ਦੇ ਵਿੱਚ ਗੱਲਬਾਤ ਚੱਲ ਰਹੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਢਿੱਲਾ ਕਰ ਦਿਓ, ਕਿ ਕੰਮ ਕਰਨ ਦਿਓ ਸਾਰਿਆਂ ਨੂੰ। ਜਿਹੜੀ ਉਮਰ ਆ ਉਹਨੂੰ ਥੱਲੇ, ਜਿਹੜਾ ਵਿਸਕੌਨਸਨ ਦੇ ਵਿੱਚ, ਓਹਾਇਓ ਦੇ ਵਿੱਚ ਜਿਹੜਾ ਲੈਜਿਸਲੇਸ਼ਨ ਇਓਵਾ ਦੇ ਵਿੱਚ ਆ, ਉਹ ਚਾਈਲਡ ਲੇਬਰ ਲਾ ਨੂੰ ਰਿਲੈਕਸ ਕਰ ਰਿਹਾ ਵਰਕਰ ਸ਼ਾਰਟੇਜ ਨੂੰ ਐਡਰੈਸ ਕਰਨ ਦੇ ਲਈ, ਜਾਣੀ ਕਿ ਕਾਮਿਆਂ ਦੀ ਕਮੀ ਪੂਰੀ ਕਰਨ ਦੇ ਲਈ। ਨਿਆਣਿਆਂ ਨੂੰ ਕੰਮ ਦੇ ਉੱਤੇ ਅਮਰੀਕਾ ਦੇ ਵਿੱਚ ਇਹ ਸਟੇਟਾਂ ਲਾਉਣ ਦੇ ਲਈ ਹੁਣੇ ਹੀ ਸੋਚ ਰਹੀਆਂ, ਜਿਨ੍ਹਾਂ ਦੇ ਵਿੱਚ ਓਹਾਇਓ ਵੀ ਆ, ਇਓਵਾ ਵੀ ਆ, ਵਿਸਕੌਨਸਨ ਵੀ ਆ। ਇਹਦੇ ਬਾਰੇ ਸੋਚ ਰਹੇ ਆ। ਹੁਣ ਕੋਵਿਡ-19 ਤੋਂ ਬਾਅਦ ਸਾਰਾ ਕੁਝ ਠੀਕ ਠਾਕ ਹੋਇਆ ਹੀ ਨਹੀਂ। ਵਿਸਕੌਨਸਨ ਦੇ ਜਿਹੜੇ ਲਾ ਮੇਕਰ ਨੇ ਉਹ ਪ੍ਰਪੋਜ਼ ਕਰ ਰਿਹਾ ਕਿ 14 ਸਾਲ ਦੇ ਨਿਆਣਿਆਂ ਨੂੰ ਆਗਿਆ ਦੇ ਦਿਓ ਕਿ ਰੈਸਟੋਰੈਂਟ ਦੇ ਵਿੱਚ ਕੰਮ ਕਰ ਸਕਣ। ਜੇ ਹੁਣ ਇਹ ਪਾਸ ਹੋ ਗਿਆ ਤਾਂ ਵਿਸਕੌਨਸਨ ਦੇ ਵਿੱਚ ਸਭ ਤੋਂ ਘੱਟ ਉਮਰ ਵਾਲੇ ਪੂਰੇ ਅਮਰੀਕਾ ਦੇ ਵਿੱਚ ਨਿਆਣੇ ਹੋਣਗੇ ਜਿਹੜੇ ਕੰਮ ਕਰਦੇ ਹੋਣਗੇ। ਜਿਹੜੀ ਨੈਸ਼ਨਲ ਇੰਸਟੀਚਿਊਟ ਆਫ ਅਲਕੋਹਲ ਅਬਿਊਜ਼ ਐਂਡ ਅਲਕੋਹਲਿਜ਼ਮ ਆ, ਉਹਦੇ ਅਨੁਸਾਰ ਉਹਦੇ ਜਿਹੜੇ ਅੰਕੜੇ ਦੱਸਦੇ ਆ। ਹੁਣ ਦੂਜਾ ਇਹਦਾ ਰੈਸਟੋਰੈਂਟ 'ਚ ਕੰਮ ਕਰਨ ਦਾ ਮਤਲਬ ਇਹ ਆ ਵੀ 14 ਸਾਲਾਂ ਦੇ ਨਿਆਣੇ ਜਦੋਂ ਸ਼ਰਾਬ ਵਰਤਾਉਣਗੇ ਤਾਂ ਪੀਣਗੇ ਕਿਉਂ ਨਹੀਂ। ਅਤੇ ਫਿਰ ਤੁਸੀਂ ਉਹ ਇੱਕ ਮਤਲਬ ਉਹਦੇ ਤੋਂ ਥੱਲੇ ਖਰੀਦ ਸਕਦੇ ਨਹੀਂ ਤੁਸੀਂ ਇਸ ਉਮਰ ਤੋਂ ਥੱਲੇ, ਅਤੇ ਪਰ ਤੁਸੀਂ ਵਰਤਾ ਸਕਦੇ ਆ। ਹੁਣ 9 ਵਜੇ ਤੱਕ ਕਹਿੰਦੇ ਇਹ 14 ਤੇ 15 ਸਾਲ ਦੇ ਕੰਮ ਕਰ ਸਕਦੇ ਆ। ਸਕੂਲ ਈਅਰ ਦੇ ਵਿੱਚ ਪੇਰੈਂਟਸ ਦੀ ਪਰਮਿਸ਼ਨ ਚਾਹੀਦੀ ਆ। ਅਤੇ ਇੱਦਾਂ ਹੀ ਬਾਕੀ ਸਟੇਟਾਂ ਨੇ ਜਿਹੜੀਆਂ ਹੁਣ ਇਸ ਗੱਲ ਦੇ ਉੱਤੇ ਆ ਰਹੀਆਂ ਕਿ ਜਿਹੜੀ ਇਹ ਫਿਰ ਕੁਛ ਕਹਿੰਦੇ ਇਹਨੂੰ 7 ਵਜੇ ਤੱਕ ਕਰੋ ਜਾਂ ਇਹਦੀ ਉਮਰ ਥੋੜ੍ਹੀ ਜਿਹੀ ਵਧਾ ਦਿੱਤੀ ਜਾਵੇ। ਪਰ ਲੇਬਰ ਸ਼ਾਰਟੇਜ ਨੂੰ ਪੂਰਾ ਕਰਨ ਦੇ ਲਈ ਵਿੱਚ ਅਮਰੀਕਾ ਇਸ ਨੀਤੀ ਦੇ ਉੱਤੇ ਕੰਮ ਕਰ ਰਿਹਾ। ਦੋਸਤੋ, ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਅਤੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੱਲ੍ਹ ਦੀਆਂ ਕੁਛ ਨਵੀਆਂ ਤਾਜ਼ੀਆਂ ਗੱਲਾਂ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।